ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾਂਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਰਾਮਦਾਸ ਗੁਣ ਗਾਵੋ। ਸ਼੍ਰੀ ਅਰਜੁਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਤ ਬੰਦਾ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਣਨ ਪਰ ਭਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ। ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਆਪਣੇ ਸਮੇਂ ਸੁਆਸਾਂ ਨੂੰ ਸਫਲਾ ਕਰ ਰਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਲੜੀਵਾਰ ਸ਼੍ਰੀ ਨਾਨਕ ਪ੍ਰਕਾਸ਼ ਗੁਰ ਇਤਿਹਾਸ ਦੀ ਕਥਾ ਵਿਚਾਰ ਸਤਿਗੁਰਾਂ ਵੱਲੋਂ ਬਖਸ਼ਿਸ਼ ਹੋਈ ਹੈ। ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਆਈਏ ਆਗਿਆ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਏ ਭੋਏ ਦੀ ਤਲਵੰਡੀ ਦਾ ਰਹਿਣ ਵਾਲਾ
ਜੋ ਚੌਧਰੀ ਹੈ ਰਾਜਾ ਹੈ ਰਾਏ ਬਲਾਰ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਆਪਣੇ ਕੋਲ ਬੁਲਾ ਕਰਕੇ ਸਤਿਗੁਰਾਂ ਦੇ ਚਰਨ ਪਰਸ ਰਿਹਾ ਹੈ, ਸੇਵਾ ਕਰ ਰਿਹਾ ਹੈ ਅਤੇ ਸਤਿਗੁਰਾਂ ਤੋਂ ਆਪਣਾ ਜੋ ਨਿਜ ਸਰੂਪ ਹੈ ਉਹਦੇ ਬਾਰੇ ਪੁੱਛ ਰਿਹਾ ਹੈ, ਬਾਰ-ਬਾਰ ਸਵਾਲ ਕਰ ਰਿਹਾ ਹੈ ਕਿ ਸਤਿਗੁਰੂ ਜੀ ਜੋ ਮੇਰਾ ਸ਼ੁੱਧ ਸਰੂਪ ਹੈ ਉਹਦੇ ਬਾਰੇ ਮੈਨੂੰ ਦੱਸਣਾ ਕਰੋ, ਮੈਨੂੰ ਸਮਝਾਉਣਾ ਕਰੋ। ਰਾਏ ਬਲਾਰ ਨੂੰ ਕਦੇ ਇੱਦਾਂ ਲੱਗਦਾ ਹੈ ਕਿ ਜੋ ਇਹ ਸਰੀਰ ਹੈ ਇਹੀ ਅਸਲ ਰੂਪ ਹੈ ਮੇਰਾ। ਮਹਾਰਾਜ ਕਹਿੰਦੇ ਰਾਏ ਬਲਾਰ ਜਿਹੜਾ ਇਹ ਸਰੀਰ ਹੈ ਇਹ ਤਾਂ ਪੰਜਾਂ ਤੱਤਾਂ ਤੋਂ ਪੈਦਾ ਹੋਇਆ ਹੈ, ਨਾਸ਼ਵੰਤ ਹੈ, ਇੱਕ ਦਿਨ ਮਿਟ ਜਾਂਦਾ ਹੈ। ਰਾਏ ਬਲਾਰ ਕਹਿੰਦਾ ਮਹਾਰਾਜ ਫਿਰ ਜਿਹੜੇ ਮੇਰੇ ਇਹ ਇੰਦਰੇ ਹਨ ਇਹ ਮੇਰਾ ਸ਼ੁੱਧ ਸਰੂਪ ਹੈ। ਮਹਾਰਾਜ ਕਹਿੰਦੇ ਰਾਏ ਬਲਾਰ ਇਹ ਵੀ ਤੇਰਾ ਸ਼ੁੱਧ ਸਰੂਪ ਨਹੀਂ, ਇਹਨਾਂ ਤੋਂ ਬਿਨਾਂ ਵੀ ਸਰ ਸਕਦਾ ਹੈ। ਜੇਕਰ ਮਨੁੱਖ ਅੰਨਾ ਹੋਵੇ, ਬੋਲਾ ਹੋਵੇ, ਗੂੰਗਾ ਹੋਵੇ ਤੇ ਜਿਉਂਦਾ ਰਹਿ ਸਕਦਾ ਹੈ। ਫਿਰ ਰਾਏ ਬਲਾਰ ਦੇ ਮਨ ਅੰਦਰ ਖਿਆਲ ਆਇਆ ਹੈ ਮਹਾਰਾਜ ਜਿਹੜਾ ਮੇਰਾ ਮਨ ਹੈ ਇਹ ਮੇਰਾ ਸ਼ੁੱਧ ਸਰੂਪ ਹੋਵੇਗਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਰਾਏ ਬਲਾਰ ਜਿਹੜਾ ਮਨ ਹੈ ਇਹਦੇ ਅੰਦਰ ਵਿਕਾਰ ਪੈਦਾ ਹੁੰਦੇ ਨੇ, ਮਨ ਗੰਧਲਾ ਹੋ ਜਾਂਦਾ ਹੈ। ਪਰ ਜਿਹੜਾ ਸ਼ੁੱਧ ਸਰੂਪ ਹੈ ਉਹ ਕਦੇ ਵੀ ਗੰਧਲਾ ਨਹੀਂ ਹੁੰਦਾ, ਉਹਦੇ ਵਿੱਚ ਵਿਕਾਰ ਪੈਦਾ ਨਹੀਂ ਹੁੰਦੇ। ਰਾਏ ਬਲਾਰ ਨੇ ਫਿਰ ਸਤਿਗੁਰਾਂ ਨੂੰ ਸਵਾਲ ਕੀਤਾ ਮਹਾਰਾਜ ਜਿਹੜੀ ਮੇਰੀ ਬੁੱਧੀ ਹੈ ਜਿਸ ਦੇ ਨਾਲ ਮੈਂ ਸੋਚਦਾ ਹਾਂ, ਜਿਸ ਤੋਂ ਬਿਨਾਂ ਗਿਆਨ ਪੈਦਾ ਨਹੀਂ ਹੋ ਸਕਦਾ, ਉਹ ਮੇਰਾ ਸ਼ੁੱਧ ਸਰੂਪ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਰਾਏ ਬਲਾਰ ਬੁੱਧੀ ਵੀ ਸ਼ੁੱਧ ਸਰੂਪ ਨਹੀਂ, ਇਹ ਤਾਂ ਸਾਰੇ ਹੀ ਇੱਕ ਦੇਹੀ ਨੂੰ ਚਲਾਉਣ ਵਾਲੇ, ਸੰਸਾਰ ਦੇ ਵਿੱਚ ਵਿਚਰਨ ਵਾਲੇ ਸਾਧਨ ਹਨ ਜੋ ਤੇਰੇ ਲਈ ਜ਼ਰੂਰੀ ਹਨ, ਪਰ ਇੱਕ ਨਾ ਇੱਕ ਦਿਨ ਇਹਨਾਂ ਨੇ ਜਦੋਂ ਸਰੀਰ ਨਾਸ ਹੋਇਆ ਨਾਲ ਹੀ ਨਾਸ ਹੋ ਜਾਣਾ। ਕਹਿਣ ਲੱਗਾ ਮਹਾਰਾਜ ਫਿਰ ਤਾਂ ਜਿਹੜੇ ਸਵਾਸ ਹਨ, ਪ੍ਰਾਣ ਹਨ, ਇਹ ਮੇਰਾ ਸ਼ੁੱਧ ਸਰੂਪ ਆਤਮਿਕ ਰੂਪ ਹੋਵੇਗਾ, ਕਿਉਂਕਿ ਪ੍ਰਾਣਾਂ ਤੋਂ ਬਿਨਾਂ ਤਾਂ ਸਰਦਾ ਹੀ ਨਹੀਂ। ਜਦੋਂ ਤੱਕ ਪ੍ਰਾਣ ਚੱਲਦੇ ਹਨ ਉਦੋਂ ਤੱਕ ਸਰੀਰ ਚੱਲਦਾ ਹੈ। ਪ੍ਰਾਣ ਸਵਾਸ ਹਨ ਜੋ ਸਰੀਰ ਵਿੱਚੋਂ ਜਦੋਂ ਚਲੇ ਜਾਂਦੇ ਨੇ ਉਦੋਂ ਹੀ ਇਹ ਸਰੀਰ ਮ੍ਰਿਤਕ ਹੋ ਜਾਂਦਾ ਹੈ, ਮਰ ਜਾਂਦਾ ਹੈ। ਜਦੋਂ ਤੱਕ ਸਵਾਸ ਸਰੀਰ ਵਿੱਚ ਹਨ ਉਦੋਂ ਹੀ ਖਾਣ ਪੀਣ ਦੀ ਭੁੱਖ ਲੱਗਦੀ ਹੈ ਤੇ ਜਦੋਂ ਸਵਾਸ ਨਿਕਲ ਜਾਂਦੇ ਹਨ ਉਦੋਂ ਹੀ ਭੁੱਖਾਂ ਪਿਆਸਾਂ ਸਭ ਕੁਝ ਮਿਟ ਜਾਂਦਾ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਰਾਏ ਬਲਾਰ ਜਿਹੜੇ ਇਹ ਪ੍ਰਾਣ ਹਨ ਨਾ ਇਹ ਵੀ ਤੇਰਾ ਸ਼ੁੱਧ ਸਰੂਪ ਨਹੀਂ। ਦਰਅਸਲ ਪ੍ਰਾਣ ਜੋ ਤੇਰੇ ਪ੍ਰਾਣ ਹਨ ਇਹ ਤਾਂ ਘੋੜਿਆਂ ਵਰਗੇ ਨੇ। ਇਹਨਾਂ ਪ੍ਰਾਣਾਂ ਰੂਪੀ ਘੋੜਿਆਂ ਦੇ ਉੱਤੇ ਜਦੋਂ ਤੇਰੀ ਆਤਮਾ ਸਵਾਰੀ ਕਰਦੀ ਹੈ, ਲੋਕ ਤੋਂ ਪਰਲੋਕ ਜਾਂਦੀ ਹੈ ਤੇ ਪਰਿਵਾਰ ਵਿੱਚ ਸ਼ੋਕ ਫੈਲ ਜਾਂਦਾ ਹੈ, ਚਿੰਤਾ ਹੋ ਜਾਂਦੀ ਹੈ ਕਿ ਇਹ ਪ੍ਰਾਣੀ ਚੜ੍ਹਾਈ ਕਰ ਗਿਆ ਹੈ, ਇਹਦੀ ਮੌਤ ਹੋ ਗਈ ਹੈ। ਰਾਏ ਬਲਾਰ ਸਮਝ ਨਾ ਕਰ ਜਿਹੜਾ ਤੇਰਾ ਸਰੀਰ ਹੈ ਇਹ ਤਾਂ ਇੱਕ ਰੱਥ ਵਰਗਾ ਹੈ, ਗੱਡੇ ਵਰਗਾ ਹੈ। ਜੋ ਤੇਰੇ ਇੰਦਰੇ ਹਨ ਇਸ ਸਰੀਰ ਰੂਪੀ ਰੱਥ ਨੂੰ ਚਲਾਉਣ ਵਾਲੇ ਘੋੜੇ ਹਨ ਤੇ ਜੋ ਉਹ ਘੋੜਿਆਂ ਨੂੰ ਵਾਗਾਂ ਪਾਈਆਂ ਨੇ, ਲਗਾਮਾਂ ਪਾਈਆਂ ਨੇ, ਉਹ ਤੇਰੇ ਮਨ ਰੂਪੀ ਰੱਸਾ ਹੈ। ਤੇ ਜੋ ਤੇਰੀ ਬੁੱਧੀ ਹੈ ਉਹ ਇਸ ਰੱਥ ਨੂੰ ਚਲਾਉਣ ਵਾਲੀ ਲਗਾਮਾਂ ਨੂੰ ਫੜ ਕੇ ਇਹਨਾਂ ਘੋੜਿਆਂ ਨੂੰ ਚਲਾਉਣ ਵਾਲੀ, ਰੱਥ ਨੂੰ ਚਲਾਉਣ ਵਾਲੀ ਚਾਲਕ ਹੈ। ਦਰਅਸਲ ਜੋ ਉਸ ਰੱਥ ਦੇ ਵਿੱਚ ਸਵਾਰੀ ਕਰ ਰਿਹਾ ਹੈ ਨਾ, ਟਿਕਿਆ ਬੈਠਾ ਹੈ, ਉਹ ਤੇਰਾ ਆਤਮਿਕ ਰੂਪ ਹੈ, ਸ਼ੁੱਧ ਸਰੂਪ ਹੈ। ਜੋ ਇਹ ਸਰੀਰ ਹਨ, ਇੰਦਰੇ ਹਨ, ਜੋ ਵੀ ਸਵਾਸ ਹਨ, ਇਹ ਸਾਰੇ ਹੀ ਇੱਕ ਰੱਥ ਦੀ ਨਿਆਈ ਹੈ, ਘੋੜਿਆਂ ਦੀ ਨਿਆਈ ਹੈ, ਲਗਾਮ ਹੈ ਤੇ ਚਲਾਉਣ ਵਾਲੇ ਹਨ। ਜੋ ਇਸ ਦੇ ਵਿੱਚ ਰਾਜਿਆਂ ਵਾਂਗ ਬੈਠ ਕੇ ਸਵਾਰੀ ਕਰ ਰਿਹਾ ਹੈ ਨਾ,
ਉਹ ਤੇਰਾ ਆਤਮਿਕ ਰੂਪ ਹੈ, ਉਹ ਤੇਰਾ ਸ਼ੁੱਧ ਸਰੂਪ ਹੈ। ਉਹ ਕਦੇ ਵੀ ਜੰਮਦਾ ਨਹੀਂ, ਮਰਦਾ ਨਹੀਂ, ਉਹ ਭੁੱਖ ਪਿਆਸ ਤੋਂ ਰਹਿਤ ਹੈ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਏ ਬਲਾਰ ਨੂੰ ਸਮਝਾ ਰਹੇ ਹਨ। ਇੱਥੋਂ ਤੱਕ ਕੱਲ੍ਹ ਦੀਆਂ ਕਥਾ ਵਿਚਾਰਾਂ ਆਈਆਂ ਸਨ। ਆਉਣ ਵਾਲਾ ਜੋ ਗੁਰ ਇਤਿਹਾਸ ਹੈ, ਆਓ ਸ਼ਰਧਾ ਭਾਵਨਾ ਦੇ ਨਾਲ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਇਤਿਹਾਸ ਸ਼੍ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਜਿਹ ਕੋ ਸਕੈ ਨ ਅਗਨ ਜਰਾਈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਰਾਏ ਬਲਾਰ ਜੋ ਤੇਰਾ ਸ਼ੁੱਧ ਸਰੂਪ ਹੈ, ਆਤਮਿਕ ਰੂਪ ਹੈ ਨਾ, ਉਹਨੂੰ ਅੱਗ ਸਾੜ ਨਹੀਂ ਸਕਦੀ। ਅੱਗ ਤੇਰੇ ਸਰੀਰ ਨੂੰ ਸਾੜ ਸਕਦੀ ਹੈ, ਬਚਾ ਸਕਦੀ ਹੈ, ਸਵਾਹ ਕਰ ਸਕਦੀ ਹੈ, ਪਰ ਜਿਹੜਾ ਤੇਰਾ ਸ਼ੁੱਧ ਸਰੂਪ ਹੈ ਉਸ ਨੂੰ ਅੱਗ ਸਾੜ ਨਹੀਂ ਸਕਦੀ। ਨੀਰ ਨਾ ਤਾਕੋ ਕਬਹਿ ਗਰਾਈ। ਇਹ ਜਿਹੜਾ ਜਲ ਹੈ, ਪਾਣੀ ਹੈ, ਇਹ ਸਰੀਰ ਨੂੰ ਡੁਬੋ ਸਕਦਾ ਹੈ, ਆਤਮਾ ਨੂੰ ਨਹੀਂ ਡੁਬੋ ਸਕਦਾ। ਆਤਮਾ ਨੂੰ ਨਾ ਤਾਂ ਅੱਗ ਸਾੜ ਸਕਦੀ ਹੈ ਤੇ ਨਾ ਹੀ ਪਾਣੀ ਡੁਬੋ ਸਕਦਾ ਹੈ। ਨਹਿ ਸ਼ਸਤਰਨ ਸੋ ਛੇਦਿਓ ਜਾਏ। ਤੇ ਜਦੋਂ ਜੰਗ ਦੇ ਮੈਦਾਨ ਦੇ ਅੰਦਰ ਜੋਸ਼ ਵਿੱਚ ਆ ਕੇ ਯੋਧੇ ਲੜਦੇ ਨੇ ਰਾਏ ਬਲਾਰ, ਜੋ ਕਿਰਪਾਨਾਂ ਦੇ, ਸ਼ਸਤਰਾਂ ਦੇ, ਹਥਿਆਰਾਂ ਦੇ ਫੱਟ ਲੱਗਦੇ ਨੇ, ਉਹ ਸਰੀਰ ਨੂੰ ਲੱਗਦੇ ਨੇ, ਸਰੀਰ ਜ਼ਖਮੀ ਹੁੰਦਾ ਹੈ। ਆਤਮਾ ਨੂੰ ਤਾਂ ਜਿਹੜੇ ਹਥਿਆਰ ਨੇ, ਜੋ ਸ਼ਸਤਰ ਹਨ, ਉਹ ਛੂਹ ਵੀ ਨਹੀਂ ਸਕਦੇ। ਪੌਣ ਨਾ ਤਾਕੋ ਸਕੈ ਉਡਾਈ। ਤੇ ਪੌਣ ਜਿਹੜੀ ਹਵਾ ਚੱਲਦੀ ਹੈ, ਭਾਵੇਂ ਜਿੰਨੀ ਮਰਜ਼ੀ ਤੇਜ਼ ਚੱਲੇ, ਪਰ ਆਤਮਿਕ ਰੂਪ ਹੈ, ਜੋ ਸ਼ੁੱਧ ਸਰੂਪ ਹੈ, ਪਰਮੇਸ਼ਰ ਰੂਪ ਹੈ ਤੇਰੇ ਅੰਦਰ, ਉਸ ਨੂੰ ਹਵਾ ਵੀ ਨਹੀਂ ਉਡਾ ਸਕਦੀ। ਬਾਲਕ ਬੁੱਢਾ ਜੋ ਨਹੀਂ ਤਰਨਾ। ਨਾ ਤਾਂ ਤੇਰੀ ਆਤਮਾ ਕਦੇ ਬਾਲਕ ਹੈ, ਬੱਚਾ ਹੈ, ਨਾ ਕਦੇ ਜਵਾਨ ਹੈ, ਨਾ ਹੀ ਕਦੇ ਬੁੱਢੀ ਹੁੰਦੀ ਹੈ। ਜਾਹੇ ਕਦਾਚਿਤ ਜਨਮ ਨਾ ਮਰਨਾ। ਤੇ ਕਦੇ ਵੀ ਉਹ ਜੰਮਦੀ ਨਹੀਂ, ਕਦੇ ਵੀ ਉਹ ਮਰਦੀ ਨਹੀਂ। ਉਹ ਤਾਂ ਸ਼ੁੱਧ ਸਰੂਪ ਹੈ, ਆਤਮਿਕ ਰੂਪ ਹੈ। ਏਦਾਂ ਜਾਣ ਲੈ ਜਿਵੇਂ ਸੂਰਜ ਦੇ ਵਿੱਚੋਂ ਕਿਰਨਾਂ ਨਿਕਲਦੀਆਂ ਨੇ। ਉਹ ਚਾਹੇ ਕੋਹਾਂ ਕੋਲ ਕਿਲੋਮੀਟਰ ਦੂਰ ਜਾ ਕੇ ਬੰਦਾ ਉਸ ਧੁੱਪ ਵਿੱਚ ਖੜ ਜਾਵੇ, ਉੱਥੇ ਵੀ ਉਹਨਾਂ ਕਿਰਨਾਂ ਦਾ ਉਹੀ ਸੇਕ ਹੈ। ਵੱਖੋ ਵੱਖਰੀਆਂ ਕਿਰਨਾਂ ਨਿਕਲਦੀਆਂ ਨੇ। ਏਦਾਂ ਹੀ ਤੇਰਾ ਸਰੀਰ ਹੈ, ਜਿਹੜਾ ਤੇਰਾ ਸ਼ੁੱਧ ਸਰੂਪ ਹੈ, ਉਹ ਸੂਰਜ ਦੀ ਨਿਆਈ ਹੈ। ਉਹਦੇ ਵਿੱਚੋਂ ਨਿਕਲਣ ਵਾਲੀਆਂ ਕਿਰਨਾਂ ਕਿਤੇ ਤੇਰਾ ਸਰੀਰ ਹਨ, ਕਿਤੇ ਉਹ ਸਵਾਸ ਹਨ, ਕਿਤੇ ਉਹ ਮਨ ਹਨ, ਕਿਤੇ ਉਹ ਬੁੱਧੀ ਹੈ, ਕਿਤੇ ਉਹ ਇੰਦਰੀ ਹੈ। ਇਸ ਪ੍ਰਕਾਰ ਜਿਹੜਾ ਤੇਰਾ ਸ਼ੁੱਧ ਸਰੂਪ ਹੈ ਨਾ, ਉਹ ਤਾਂ ਸੂਰਜ ਵਰਗਾ ਹੈ ਤੇ ਉਸ ਨੂੰ ਕੋਈ ਸਾੜ ਨਹੀਂ ਸਕਦਾ, ਡੁਬੋ ਨਹੀਂ ਸਕਦਾ, ਉਸ ਨੂੰ ਹਵਾ ਉਡਾ ਨਹੀਂ ਸਕਦੀ। ਤੇ ਨਾ ਹੀ ਉਹ ਕਦੇ ਬੁੱਢੀ ਹੁੰਦੀ ਹੈ, ਨਾ ਹੀ ਜਵਾਨ, ਤੇ ਨਾ ਹੀ ਬੱਚਾ ਬਣਦੀ ਹੈ। ਜਾ ਕੋ ਭੂਖ ਪਿਆਸ ਨਾ ਥੋੜੀ। ਤੇ ਨਾ ਹੀ ਤੇਰੀ ਆਤਮਾ ਨੂੰ ਭੁੱਖ ਪਿਆਸ ਲੱਗਦੀ ਹੈ। ਜੋ ਦੁਨਿਆਵੀ ਪਦਾਰਥ ਹਨ, ਇਹ ਤੇਰੇ ਸਰੀਰ ਨੂੰ ਭੁੱਖ ਪਿਆਸ ਲੱਗਦੀ ਹੈ ਤੇ ਦੁਨਿਆਵੀ ਪਦਾਰਥ ਛਕ ਕਰਕੇ ਤੂੰ ਆਪਣੇ ਸਰੀਰ ਦੀ ਭੁੱਖ ਪਿਆਸ ਮਿਟਾਉਂਦਾ ਹੈ। ਤੇਰੀ ਆਤਮਾ ਨੂੰ ਕਦੇ ਵੀ ਭੁੱਖ ਪਿਆਸ ਨਹੀਂ ਲੱਗਦੀ। ਜਿਹ ਵਿਸਰੇ ਤੇ ਹਵੈ ਦੁਖ ਘੋਰੀ। ਤੇ ਜਦੋਂ ਉਹ ਆਤਮਾ ਵਿਸਰ ਜਾਂਦੀ ਹੈ ਨਾ ਸਰੀਰ ਦੇ ਵਿੱਚੋਂ, ਉਦੋਂ ਫਿਰ ਭਾਰੀ ਦੁੱਖ ਹੁੰਦਾ ਹੈ। ਉਦੋਂ ਸਰੀਰ ਵੀ ਮੁਰਝਾ ਜਾਂਦਾ ਹੈ, ਮਰ ਜਾਂਦਾ ਹੈ। ਇੰਦਰੇ ਵੀ, ਅੱਖਾਂ ਉਹੀ ਹੁੰਦੀਆਂ ਨੇ, ਕੰਨ ਉਹੀ ਹੁੰਦੇ ਨੇ, ਜ਼ਬਾਨ ਉਹੀ ਹੈ, ਨੱਕ ਉਹੀ ਹੈ। ਜ਼ਬਾਨ ਬੋਲ ਨਹੀਂ ਸਕਦੀ, ਕੰਨ ਸੁਣ ਨਹੀਂ ਸਕਦੇ, ਅੱਖਾਂ ਵੇਖ ਨਹੀਂ ਸਕਦੀ, ਸਾਰਾ ਸਰੀਰ ਉਹੀ ਹੁੰਦਾ ਹੈ, ਉੱਠ ਕੇ ਚੱਲ ਨਹੀਂ ਸਕਦਾ। ਜਦੋਂ ਦਰਅਸਲ ਤੇਰਾ ਸ਼ੁੱਧ ਸਰੂਪ ਜੋ ਆਤਮਾ ਹੈ, ਉਹ ਤੇਰੇ ਸਰੀਰ ਤੋਂ ਦੂਰ ਹੁੰਦੀ ਹੈ ਨਾ, ਉਦੋਂ ਫਿਰ ਭਾਰੀ ਦੁੱਖ ਹੁੰਦਾ ਹੈ। ਸੁਨ ਬੁਲਾਰ ਇਸ ਵਿਦ ਕੇ ਬੈਨਾ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਜਦੋਂ ਰਾਏ ਬਲਾਰ ਨੂੰ ਸਮਝਾਇਆ ਹੈ, ਰਾਏ ਬਲਾਰ ਨੇ ਸਤਿਗੁਰਾਂ ਦੇ ਬਚਨ ਸੁਣੇ ਹਨ। ਨਿਜ ਸਰੂਪ ਜਾਣਿਓ ਸੁਖ ਐਨਾ। ਫਿਰ ਰਾਏ ਬਲਾਰ ਨੇ ਸੁੱਖਾਂ ਦੇ ਘਰ ਗੁਰੂ ਨਾਨਕ ਦੇਵ ਜੀਆਂ ਕੋਲੋਂ ਸੁੱਧ ਸਰੂਪ ਦੀ ਬਾਬਤ ਜਾਣ ਲਿਆ ਹੈ ਕਿ ਅਸਲ ਵਿੱਚ ਜੋ ਆਤਮਾ ਹੈ, ਉਹੀ ਪਰਮੇਸ਼ਰ ਰੂਪ ਮੇਰੇ ਅੰਦਰ ਬਿਰਾਜੀ ਹੋਈ ਹੈ, ਉਹੀ ਮੇਰਾ ਸ਼ੁੱਧ ਸਰੂਪ ਹੈ। ਭਾਇਓ ਨਿਮਗਨ ਅਥਾਹੇ ਆਨੰਦਾ। ਸਤ
ਸਤਿਗੁਰਾਂ ਤੋਂ ਸੰਪੂਰਨ ਜਾਣਕਾਰੀ ਲੈ ਕਰਕੇ ਸਮਝ ਲੈ ਕਰਕੇ ਹੁਣ ਮਸਤ ਹੋ ਚੁੱਕਾ ਹੈ ਤੇ ਬਹੁਤ ਹੀ ਆਨੰਦ ਵਿੱਚ ਹੈ। ਛੂਟ ਗਏ ਜਗ ਕੇ ਸਭ ਫੰਦਾ, ਤੇ ਜਿੰਨੇ ਵੀ ਸੰਸਾਰ ਦੇ ਬੰਧਨ ਸਨ, ਜਿੰਨੀਆਂ ਵੀ ਜਨਮ ਮਰਨ ਦੀਆਂ ਫਾਹੀਆਂ ਸਨ, ਉਹ ਸਾਰੀਆਂ ਹੀ ਟੁੱਟ ਗਈਆਂ ਹਨ, ਛੁੱਟ ਗਈਆਂ ਹਨ। ਹਾਥ ਬੰਦ ਪਦ ਬੰਧਨ ਧਾਰੀ, ਇਸ ਪ੍ਰਕਾਰ ਦੋਨੋਂ ਹੱਥ ਜੋੜ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਰਾਏ ਬੁਲਾਰ ਨੇ ਨਮਸਕਾਰ ਕੀਤੀ ਹੈ। ਉਸਤਤ ਪਦ ਕੀ ਗਿਰਾ ਉਚਾਰੀ, ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਉਸਤਤੀ ਕਰਨ ਲੱਗਾ ਹੈ ਇਸ ਪ੍ਰਕਾਰ। ਧੰਨ ਧੰਨ ਪੂਰਨ ਗੁਰਦੇਵਾ, ਕਹਿਣ ਲੱਗਾ ਤੁਸੀਂ ਧੰਨ ਹੋ, ਧੰਨ ਹੋ ਪੂਰਨ ਗੁਰਦੇਵਾ, ਤੁਸੀਂ ਹਮੇਸ਼ਾ ਹੀ ਪੂਰਨ ਹੋ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਮਹਾਰਾਜ ਤੁਸੀਂ ਪਹਿਲਾਂ ਵੀ ਪੂਰੇ ਸੀ, ਅੱਜ ਵੀ ਪੂਰੇ ਹੋ, ਆਉਣ ਵਾਲੇ ਸਮੇਂ ਵਿੱਚ ਵੀ ਪੂਰੇ ਹੋਵੋਗੇ। ਤੁਸੀਂ ਧੰਨ ਹੋ। ਕਿਰਪਾ ਤੁਮਾਰ ਲਖਿਓ ਅਸ ਭੇਵਾ, ਤੇ ਆਪ ਜੀਆਂ ਦੀ ਐਸੀ ਮੇਰੇ ਉੱਪਰ ਬਖਸ਼ਿਸ਼ ਕਿਰਪਾ ਹੋਈ ਹੈ, ਦਿਆਲੂ ਕਿਰਪਾਲੂ ਹੋਏ ਹੋ ਮਹਾਰਾਜ। ਮੈਂ ਆਪਣੇ ਸ਼ੁੱਧ ਸਰੂਪ ਬਾਰੇ ਜਾਣ ਚੁੱਕਾ ਹਾਂ। ਰਾਗ ਦਵੈਕ ਦਵੈ ਸਿੰਘ ਸਮਾਨਾ, ਮਹਾਰਾਜ ਜੋ ਇਹ ਰਾਗ ਅਤੇ ਦਵੈਕ ਦੋਵੇਂ ਇਹ ਸ਼ੇਰਾਂ ਵਰਗੇ ਹਨ। ਇਨਕੇ ਭੈ ਤੇ ਮੁਝੇ ਮਚਾਨਾ, ਇਹਨਾਂ ਦੋਨਾਂ ਦੇ ਭੈ ਤੋਂ ਆਪ ਜੀਆਂ ਨੇ ਕਿਰਪਾ ਕਰਕੇ ਮੈਨੂੰ ਬਚਾਇਆ ਹੈ। ਗਰਸਿਓ ਸਰਪ ਦੀਰਘ ਅਹੰਕਾਰਾ, ਸਤਿਗੁਰੂ ਜੀ ਆਪ ਜੀਆਂ ਦੇ ਮੇਲ ਹੋਣ ਤੋਂ ਪਹਿਲਾਂ, ਆਪ ਜੀਆਂ ਦੇ ਬਚਨ ਬਲਾਸ ਉਪਦੇਸ਼ ਸੁਣਨ ਤੋਂ ਪਹਿਲਾਂ ਤਾਂ ਮੈਨੂੰ ਹੰਕਾਰ ਰੂਪੀ ਸੱਪ ਨੇ ਗਰਸਿਆ, ਭਾਵ ਫੜਿਆ ਹੋਇਆ ਸੀ। ਦੀਨ ਜਾਨ ਤੁਮ ਲੀਨ ਉਬਾਰਾ, ਆਪ ਜੀਆਂ ਨੇ ਮੈਨੂੰ ਦੀਨ ਗਰੀਬ ਜਾਣ ਕਰਕੇ ਸਤਿਗੁਰੂ ਜੀ ਮੇਰਾ ਉਧਾਰ ਕਰ ਦਿੱਤਾ ਹੈ। ਆਪ ਮੈਂ ਆਤਮ ਰੂਪ ਪਛਾਨਾ, ਮਹਾਰਾਜ ਹੁਣ ਮੈਂ ਆਪਣਾ ਜਿਹੜਾ ਆਤਮਾ ਸਰੂਪ ਹੈ ਨਾ, ਸ਼ੁੱਧ ਸਰੂਪ ਹੈ, ਉਹ ਜਾਣ ਚੁੱਕਾ ਹਾਂ। ਜਹ ਜਾਣੇ ਜਾਕੋ ਦੁਖ ਹਾਨਾ, ਤੇ ਜਿਸ ਨੂੰ ਜਾਣਨ ਦੇ ਨਾਲ ਸੰਸਾਰ ਦੇ ਜਿਹੜੇ ਸਾਰੇ ਹੀ ਦੁੱਖ ਕਲੇਸ਼ ਸਨ ਉਹ ਨਾਸ ਹੋਏ ਨੇ। ਅਸ ਪ੍ਰਕਾਰ ਕੋ ਸੁਨ ਉਪਦੇਸੂ, ਇਸ ਪ੍ਰਕਾਰ ਰਾਏ ਬੁਲਾਰ ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਜਾਣਿਓ ਸਹਿਜ ਸਰੂਪ ਨਰੇਸ਼ੂ, ਤੇ ਉਸ ਰਾਜੇ ਰਾਏ ਬੁਲਾਰ ਨੇ ਆਪਣਾ ਸ਼ੁੱਧ ਸਰੂਪ ਸਮਝ ਲਿਆ ਹੈ। ਏਕ ਆਤਮਾ ਵਿਆਪਕ ਸਾਰੇ, ਕਹਿਣ ਲੱਗਾ ਹੈ ਮਹਾਰਾਜ ਇਹ ਇੱਕੋ ਹੀ ਆਤਮਾ ਹੈ। ਜਿਹੜਾ ਪਰਮੇਸ਼ਰ ਹੈ ਉਹ ਦੁੱਧ ਵਰਗਾ ਹੈ। ਦੁੱਧ ਤੋਂ ਜਿਵੇਂ ਦਹੀਂ ਬਣ ਜਾਂਦਾ ਹੈ, ਅੱਗੇ ਲੱਸੀ ਮੱਖਣ ਘਿਓ ਆਦਿਕ ਵਸਤੂਆਂ ਬਣ ਜਾਂਦੀਆਂ ਨੇ, ਇਸ ਪ੍ਰਕਾਰ ਪਰਮੇਸ਼ਰ ਇੱਕੋ ਹੀ ਹੈ। ਜਿਹੜੀਆਂ ਇਹ 84 ਲੱਖ ਜੂਨਾਂ ਪੈਦਾ ਹੋਈਆਂ ਨੇ ਉਹਦੇ ਵਿੱਚੋਂ ਹੀ ਪੈਦਾ ਹੋਈਆਂ ਨੇ। ਇਹ ਆਤਮਾ ਉਹੀ ਹੈ, ਕਦੇ ਸੱਪ ਦੇ ਰੂਪ ਵਿੱਚ ਹੈ, ਕਦੇ ਸ਼ੇਰ ਦੇ ਰੂਪ ਵਿੱਚ ਹੈ, ਕਦੇ ਪਸ਼ੂ ਹੈ, ਜਾਨਵਰ ਹੈ, ਤੇ ਕਦੇ ਮਨੁੱਖਾ ਦੇਹੀ ਦੇ ਵਿੱਚ ਇਹ ਆ ਕੇ ਵੜ ਜਾਂਦੀ ਹੈ। ਜਿਵੇਂ ਇੱਕ ਰਾਜਾ ਹਰ ਰੋਜ਼ ਆਪਣੀਆਂ ਪੁਸ਼ਾਕਾਂ ਚੋਲੇ ਬਦਲਦਾ ਹੈ, ਇਸੇ ਪ੍ਰਕਾਰ ਹੀ ਆਤਮਾ ਹਰ ਰੋਜ਼ ਇਹ ਜੂਨਾ ਰੂਪੀ ਵਸਤਰ ਬਦਲ ਰਹੀ ਹੈ। ਤੇ ਸਤਿਗੁਰੂ ਜੀ ਜਿਹੜੀ ਇਹ ਇੱਕੋ ਹੀ ਆਤਮਾ ਹੈ ਪਰਮੇਸ਼ਰ ਦੀ, ਜੋ ਸਭ ਦੇ ਅੰਦਰ ਵਰਤਦੀ ਹੈ। ਤੋ ਭੇਦ ਸੋ ਦੂਰ ਨਿਵਾਰੇ, ਇਹ ਜਿਹੜੇ ਮੈਨੂੰ ਭੁਲੇਖੇ ਪਏ ਸਨ ਨਾ ਕਿ ਇਹ ਮੇਰਾ ਸਰੀਰ ਹੀ ਮੈਂ ਹਾਂ, ਜਾਂ ਜਿਹੜੇ ਅੱਖਾਂ ਨੱਕ ਕੰਨ ਆਦਿਕ ਵੇਖ ਰਹੇ ਨੇ ਸੁਣ ਰਹੇ ਨੇ ਇਹ ਮੈਂ ਹਾਂ, ਜਾਂ ਮੇਰੇ ਅੰਦਰ ਸਵਾਸ ਹਨ ਇਹ ਮੈਂ ਹਾਂ, ਜਾਂ ਬੁੱਧੀ ਜੋ ਮੇਰਾ ਮਨ ਹੈ ਇਹ ਮੈਂ ਹਾਂ। ਇਹ ਜਿਹੜੇ ਮੈਨੂੰ ਸਾਰੇ ਹੀ ਭੁਲੇਖੇ ਪਏ ਸਨ ਇਹ ਸਾਰੇ ਹੀ ਮੇਰੇ ਦੂਰ ਹੋਏ। ਅਸਲ ਦੇ ਵਿੱਚ ਮੈਂ ਤਾਂ ਇੱਕ ਤਰਖਾਣ ਰੂਪੀ ਹਾਂ, ਤੇ ਜੋ ਵੀ ਇਹ ਨੱਕ ਕੰਨ ਆਦਿਕ ਜਾਂ ਸਵਾਸ ਨੇ ਜਾਂ ਮਨ ਹੈ, ਬੁੱਧ ਹੈ, ਸਰੀਰ ਹੈ, ਇਹ ਤਾਂ ਇੱਕ ਤਰਖਾਣ ਦੇ ਜਿਵੇਂ ਸੰਗ ਹੁੰਦੇ ਨੇ ਕੰਮ ਕਰਨ ਵਾਲੇ, ਕੁਹਾੜਾ ਆਰੀ ਆਦਿਕ, ਇਸ ਪ੍ਰਕਾਰ ਇਹ ਸਾਰੇ ਹੀ ਮੇਰੇ ਸਾਧਨ ਹਨ। ਕਰ ਬਲਾਰ ਕੋ ਭਲੇ ਨਿਹਾਲਾ, ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਉਪਦੇਸ਼ ਦੇ ਕਰਕੇ ਰਾਏ ਬਲਾਰ ਨੂੰ ਨਿਹਾਲ ਕੀਤਾ ਹੈ। ਗੁਣ ਆਏ ਨਿਜ ਸਦਨ ਕਿਰਪਾਲਾ, ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਘਰ ਆ ਕੇ ਬਿਰਾਜੇ ਹਨ। ਮਨ ਹੋ ਗਿਆਨ ਕੋ ਤਰਨ ਵਿਰਾਜੈ, ਇਸ ਪ੍ਰਕਾਰ ਜਾਣੋ ਕਿ ਇੱਕ ਸੂਰਜ ਤਾਂ ਅਸਮਾਨ ਦੇ
ਦੇ ਵਿੱਚ ਚਮਕ ਰਿਹਾ ਹੈ। ਦੂਜਾ ਗਿਆਨ ਰੂਪੀ ਸੂਰਜ ਰਾਏ ਭੋਏ ਦੀ ਤਲਵੰਡੀ ਵਿੱਚ ਬਾਬੇ ਮਹਿਤਾ ਕਾਲੂ ਦੇ ਘਰ ਵਿੱਚ ਵਿਰਾਜਿਆ ਹੈ। ਜਿਹ ਕੇ ਦਰਸ਼ਨ ਕਲਮਲ ਭਾਜੈ, ਤੇ ਜਿਸ ਸਤਿਗੁਰਾਂ ਦੇ ਦਰਸ਼ਨ ਕਰਕੇ ਸਾਰੇ ਹੀ ਜੋ ਕਲਯੁਗ ਦੇ ਪਾਪ ਹਨ ਸਾਰੇ ਹੀ ਨਾਸ਼ ਹੋ ਜਾਂਦੇ ਨੇ। ਕਿਤਕ ਦਿਵਸ ਇਸ ਭਾਂਤ ਬਿਤਾਏ, ਇਸੇ ਪ੍ਰਕਾਰ ਸਤਿਗੁਰਾਂ ਨੇ ਰਾਏ ਭੋਏ ਦੀ ਤਲਵੰਡੀ ਅੰਦਰ ਕੁਝ ਦਿਨ ਹੋਰ ਬਤੀਤ ਕੀਤੇ ਹਨ। ਸੁਭ ਮਗਦੀਨ ਜਗਤ ਕੋ ਆਏ। ਕਵੀ ਜੀ ਕਹਿੰਦੇ ਐਸੇ ਸਤਿਗੁਰੂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਨੂੰ ਸਿੱਧੇ ਰਸਤੇ ਤੇ ਪਾਉਣ ਵਾਸਤੇ ਚੰਗੀ ਮੱਤ ਦੇਣ ਵਾਸਤੇ ਸੰਸਾਰ ਵਿੱਚ ਆਏ ਹਨ। ਕਮਲ ਬਦਨ ਇੱਕ ਦਿਨ ਨਿਜ ਸਦਨਾ, ਇੱਕ ਦਿਨ ਕਮਲ ਸ਼ਰੀਕੇ ਮੁਖ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪੌੜ ਸੈਨ ਕੀ ਦੁਖ ਨਿਕਦਨਾ। ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਆਪਣੇ ਘਰ ਦੇ ਅੰਦਰ ਆਪਣੇ ਉੱਪਰ ਇੱਕ ਵਸਤਰ ਲੈ ਕਰਕੇ ਆਪਣੇ ਉੱਪਰ ਇੱਕ ਕੰਬਲ ਲੈ ਕਰਕੇ ਮਹਾਰਾਜ ਨੀਂਦ ਅੰਦਰ ਬਿਰਾਜੇ ਨੇ। ਨਿਚਿਨ ਅਸਨ ਭੂਤ ਭਾਤਿਆਰਾ, ਤੇ ਦੂਜੇ ਪਾਸੇ ਬੜੀਆਂ ਚਾਵਾਂ ਦੇ ਨਾਲ ਬੜੀ ਖੁਸ਼ੀ ਦੇ ਨਾਲ ਆਪਣੇ ਪੁੱਤਰ ਵਾਸਤੇ ਮਾਤਾ ਤ੍ਰਿਪਤਾ ਜੀ ਭੋਜਨ ਤਿਆਰ ਕਰ ਰਹੀ ਹੈ। ਸਵਾਦ ਸਸ ਨਾਨਾ ਪ੍ਰਕਾਰਾ, ਅਨੇਕਾਂ ਤਰੀਕਿਆਂ ਦਾ ਮਿੱਠਾ ਅਲੂਣਾ ਖੱਟਾ ਮਿੱਠਾ ਜਿਹੜਾ ਭੋਜਨ ਮਾਤਾ ਜੀਆਂ ਨੇ ਤਿਆਰ ਕੀਤਾ ਹੈ। ਪਾਕਸ਼ਾਲ ਮਹਿ ਤ੍ਰਿਪਤਾ ਮਾਤਾ, ਤੇ ਰਸੋਈ ਦੇ ਅੰਦਰ ਮਾਤਾ ਤ੍ਰਿਪਤਾ ਜੀ ਲੱਗੇ ਹੋਏ ਨੇ ਭੋਜਨ ਤਿਆਰ ਕਰਨ ਵਿੱਚ। ਵਿੰਜਨ ਕਰਵਾਏ ਇਹ ਤਾਤਾ, ਆਪਣੇ ਪੁੱਤਰ ਨੂੰ ਬੜਾ ਸਵਾਦਲਾ ਭੋਜਨ ਛਕਾਉਣਾ ਚਾਹੁੰਦੇ ਹਨ। ਏਕ ਦਾਸੀ ਕੋ ਨਿਕਟ ਬੁਲਾਈ, ਇੱਕ ਜੋ ਦਾਸੀ ਹੈ ਘਰ ਦੀ ਨੌਕਰ ਹੈ ਉਸ ਨੂੰ ਆਪਣੇ ਕੋਲ ਬੁਲਾਇਆ ਹੈ। ਕਹੇ ਕੇ ਸੁਤ ਕੋ ਆਨ ਜਗਾਈ, ਤੇ ਉਸ ਨੂੰ ਕਿਹਾ ਹੈ ਇਹ ਦਾਸੀ ਇਹ ਸੇਵਕ ਜਾ ਕਰਕੇ ਮੇਰੇ ਪੁੱਤਰ ਨੂੰ ਜਗਾਓ ਤਾਂ ਜੋ ਉੱਠ ਕਰਕੇ ਉਹ ਭੋਜਨ ਛਕ ਲਵੇ। ਸੀਤਲ ਹੋਏ ਨਾ ਜਾਏ ਆਹਾਰਾ, ਜਿਹੜਾ ਗਰਮ ਗਰਮ ਭੋਜਨ ਤਿਆਰ ਹੋਇਆ ਹੈ ਕਿਤੇ ਉਹਨਾਂ ਨੇ ਆਉਣ ਵਿੱਚ ਦੇਰੀ ਨਾ ਕਰ ਦੇਣ, ਇਹ ਸਾਰਾ ਭੋਜਨ ਠੰਡਾ ਨਾ ਹੋ ਜਾਵੇ। ਛੇਤੀ ਦੇ ਨਾਲ ਜਾ ਕੇ ਮੇਰੇ ਪੁੱਤਰ ਨੂੰ ਉਠਾ ਲਿਆਓ। ਜਿਵੇਂ ਆਨ ਅਨੇਕ ਪ੍ਰਕਾਰਾ, ਤੇ ਆ ਕਰਕੇ ਜਿਹੜਾ ਅਨੇਕਾਂ ਤਰੀਕਿਆਂ ਦਾ ਭੋਜਨ ਤਿਆਰ ਹੋਇਆ ਹੈ ਉਹ ਛਕ ਲੈਣਗੇ। ਤਬ ਗਵਨੀ ਦਾਸੀ ਸੁਨ ਬੈਨਾ, ਇਸ ਪ੍ਰਕਾਰ ਮਾਤਾ ਜੀਆਂ ਦੇ ਬਚਨ ਸੁਣ ਕਰਕੇ ਜੋ ਘਰ ਦੀ ਨੌਕਰ ਹੈ ਦਾਸੀ ਉਹ ਸਤਿਗੁਰਾਂ ਨੂੰ ਉਠਾਉਣ ਬਾਬਤ ਗਈ ਹੈ। ਪਹੁੰਚੀ ਜਹੈ ਸੈਨੇ ਗੁਣ ਐਨਾ, ਉਹ ਦਾਸੀ ਉਸ ਜਗ੍ਹਾ ਦੇ ਉੱਪਰ ਉਸ ਕਮਰੇ ਦੇ ਕੋਲ ਪਹੁੰਚੀ ਹੈ ਜਿੱਥੇ ਸ਼੍ਰੋਮਣੀ ਸਤਿਗੁਰੂ ਜੀ ਸੁੱਤੇ ਹਨ। ਹਿਰਦੇ ਜਗਾਵਨ ਕੀ ਅਬਲਾਖਾ, ਤੇ ਮਨ ਦੇ ਅੰਦਰ ਬੜਾ ਉਤਸ਼ਾਹ ਹੈ ਕਿ ਪਰਮੇਸ਼ਰ ਨੂੰ ਜਾ ਕਰਕੇ ਉਠਾਉਣ ਦੀ ਮੈਨੂੰ ਸੇਵਾ ਪ੍ਰਾਪਤ ਹੋਈ ਹੈ। ਸੁਮਤਵਾਨ ਥੀ ਬਚਨ ਨ ਭਾਖਾ, ਕਵੀ ਜੀ ਕਹਿੰਦੇ ਬੜੀ ਸ੍ਰੇਸ਼ਟ ਬੁੱਧੀ ਵਾਲੀ ਉਹ ਔਰਤ ਸੀ ਉਹਨੇ ਜਾ ਕਰਕੇ ਆਵਾਜ਼ ਨਹੀਂ ਮਾਰੀ ਰੌਲਾ ਨਹੀਂ ਪਾਇਆ। ਮਹਿਰ ਚੀਰ ਤੇ ਚਰਨ ਸੁਭਾਵਾ, ਜਦੋਂ ਸਤਿਗੁਰਾਂ ਦੇ ਪਾਸ ਗਈ ਹੈ ਮਹਾਰਾਜ ਜੀਆਂ ਦਾ ਇੱਕ ਪੈਰ ਉਸ ਉੱਪਰ ਲਏ ਹੋਏ ਕੱਪੜੇ ਤੋਂ ਬਾਹਰ ਹੈ। ਨਿਹ ਪਰਸਨ ਹਿਤ ਮਨ ਲਲਚਾਵਾ, ਤੇ ਮਨ ਦੇ ਅੰਦਰ ਇੱਛਾ ਜਾਗੀ ਹੈ ਕਿ ਸਤਿਗੁਰਾਂ ਦੇ ਚਰਨ ਪਰਸੇ ਜਾਣ। ਪਰਮ ਪ੍ਰੇਮ ਜਾਗਿਓ ਮਨ ਮਾਹੀ, ਬਹੁਤਾ ਪ੍ਰੇਮ ਇਸ ਪ੍ਰਕਾਰ ਸਤਿਗੁਰਾਂ ਦੇ ਚਰਨਾਂ ਦੇ ਦਰਸ਼ਨ ਕਰਕੇ ਉਸ ਦੇ ਮਨ ਅੰਦਰ ਜਾਗਿਆ ਹੈ। ਚਰਨ ਹਾਥ ਛੁਪਾਇਓ ਨਾਹੀ, ਤੇ ਆਪਣਾ ਜਿਹੜਾ ਹੱਥ ਹੈ ਸਤਿਗੁਰਾਂ ਦੇ ਚਰਨਾਂ ਨੂੰ ਨਹੀਂ ਲਾਇਆ। ਰਸਨਾ ਸੰਗ ਸੋ ਚਾਟਨ ਲਾਗੀ, ਕਵੀ ਜੀ ਕਹਿੰਦੇ ਮਨ ਦੇ ਅੰਦਰ ਉਸ ਨੇ ਵਿਚਾਰ ਕੀਤੀ ਹੈ ਕਿ ਸਤਿਗੁਰਾਂ ਨੂੰ ਕਿਵੇਂ ਜਗਾਇਆ ਜਾਵੇ। ਆਵਾਜ਼ ਮਾਰੀ ਜਾਵੇ ਤੇ ਸਤਿਗੁਰਾਂ ਦਾ ਨਰਾਦਰ ਹੈ ਪਰਮੇਸ਼ਰ ਨੂੰ ਆਵਾਜ਼ ਕੌਣ ਮਾਰਦਾ ਹੈ। ਹੱਥ ਦੇ ਨਾਲ ਜਗਾਇਆ ਜਾਵੇ, ਹੱਥ ਇੰਨੇ ਪਵਿੱਤਰ ਨਹੀਂ ਇੰਨੇ ਕਾਬਲ ਨਹੀਂ ਕਿ ਪਰਮੇਸ਼ਰ ਨੂੰ ਹੱਥ ਲਾਏ ਜਾਣ। ਇੰਨੇ ਸਤਿਗੁਰਾਂ ਦੇ ਚਰਨਾਂ ਦੇ ਦਰਸ਼ਨ ਕਰਕੇ ਮੋਹ ਦੇ ਵਿੱਚ ਭਿੱਜ ਚੁੱਕੀ ਹੈ ਸੰਗਤ ਜੀ। ਆਪਣੀ ਰਸਨਾ ਦੇ ਨਾਲ ਆਪਣੀ ਜੀਭ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਚੱਟਿਆ ਹੈ। ਜਗ ਮੈਂ ਵਡ ਭਾਗਨ ਅਨੁਰਾਗੀ, ਕਵੀ ਜੀ ਕਹਿੰਦੇ ਐਸੀ ਵਡ
ਭਾਗਣ ਐਸੀ ਪ੍ਰੇਮਣ ਸੰਸਾਰ ਵਿੱਚ ਹੋਰ ਕੌਣ ਹੋਵੇਗੀ। ਕੀਨ ਸਪਰਸਨ ਰਸਨਾ ਜਬਹੀ। ਜਦੋਂ ਉਸ ਨੌਕਰ ਰਾਣੀ ਦੇ ਜੀਵ ਨੇ ਸਤਿਗੁਰਾਂ ਦੇ ਚਰਨਾਂ ਨੂੰ ਸਪਰਸ਼ ਕੀਤਾ ਹੈ। ਕੀਨ ਲੋਕ ਕੀ ਸੋਧ ਵੀ ਤਬਹੀ। ਕਵੀ ਜੀ ਕਹਿੰਦੇ ਤਿੰਨਾਂ ਲੋਕਾਂ ਦੀ ਉਸ ਨੂੰ ਖਬਰ ਹੋ ਗਈ ਹੈ ਕਿ ਤਿੰਨਾਂ ਲੋਕਾਂ ਦੇ ਵਿੱਚ ਕੀ ਵਰਤਾਰਾ ਵਰਤ ਰਿਹਾ ਹੈ। ਧਰਤੀ ਦੇ ਹੇਠਾਂ ਕੀ ਹੋ ਰਿਹਾ ਹੈ, ਅਸਮਾਨ ਦੇ ਵਿੱਚ ਕੀ ਹੋ ਰਿਹਾ ਹੈ, ਮਾਤ ਲੋਕ ਵਿੱਚ ਕੀ ਵਰਤ ਰਿਹਾ ਹੈ, ਸ਼ਿਵ ਲੋਕ ਵਿੱਚ, ਵਿਸ਼ਨ ਲੋਕ ਦੇ ਵਿੱਚ, ਬ੍ਰਹਮ ਲੋਕ ਦੇ ਵਿੱਚ ਕੀ ਭਾਣਾ ਵਰਤ ਰਿਹਾ ਹੈ। ਸਾਰੀ ਉਸ ਨੂੰ ਉਸ ਸਤਿਗੁਰਾਂ ਦੇ ਪਾਸ ਬੈਠਿਆਂ ਖਬਰ ਹੋਈ ਹੈ। ਗ੍ਰਾਮ ਨਗਰ ਕਾਨਨ ਗਿਰ ਭਾਰੀ। ਵੱਡਿਆਂ ਵੱਡਿਆਂ ਨਗਰਾਂ ਦੇ ਵਿੱਚ ਕੀ ਵਰਤਾਰਾ ਵਰਤ ਰਿਹਾ ਹੈ, ਜੰਗਲਾਂ ਦੇ ਵਿੱਚ ਕੀ ਹੋ ਰਿਹਾ ਹੈ, ਪਹਾੜਾਂ ਵਿੱਚ ਕੀ ਭਾਣਾ ਵਰਤ ਰਿਹਾ ਹੈ। ਸਭ ਸੁਧ ਜਾਨੀ ਸਿੰਧ ਮਝਾਰੀ। ਸਾਰੀ ਸੁਧ ਜਾਣ ਲਈ ਹੈ ਕਿ ਸਮੁੰਦਰਾਂ ਦੇ ਥੱਲੇ, ਪਾਣੀ ਦੇ ਥੱਲੇ, ਸਮੁੰਦਰਾਂ ਦੇ ਤਲ ਵਿੱਚ ਕੀ ਹਲਚਲ ਹੋ ਰਹੀ ਹੈ, ਕੀ ਭਾਣਾ ਵਰਤ ਰਿਹਾ ਹੈ। ਨਹੀਂ ਇੱਕ ਕੌਤਕ ਲਖਿਓ ਅਨੂਪਾ। ਤੇ ਉਸੇ ਸਮੇਂ ਇੱਕ ਬੜਾ ਵੱਡਾ ਕੌਤਕ ਉਸ ਨੂੰ ਦਰਸ਼ਨ ਹੋਏ ਨੇ, ਉਸ ਨੇ ਵੇਖਿਆ ਹੈ। ਸ੍ਰੀ ਨਾਨਕ ਕੋ ਪਖਿਓ ਸਰੂਪਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਸਰੂਪ ਸਮੁੰਦਰਾਂ ਦੇ ਵਿੱਚ ਵੇਖਿਆ ਹੈ। ਲਵਪੁਰ ਕੋ ਮਨ ਸੁਖ ਜੋ ਸਾਹਾ। ਜੋ ਸਤਿਗੁਰਾਂ ਦਾ ਗੁਰਸਿੱਖ ਹੈ, ਲਵਪੁਰ ਦਾ ਰਹਿਣ ਵਾਲਾ ਮਨ ਸੁਖ ਸ਼ਾਹੂਕਾਰ, ਜਿਸ ਦੀ ਬਾਬਤ ਆਪ ਜੀਆਂ ਨੇ ਪਿਛਲੇ ਇਤਿਹਾਸ ਵਿੱਚ ਸਰਵਣ ਕੀਤਾ ਹੈ ਕਿ ਸਤਿਗੁਰਾਂ ਦੀ ਆਗਿਆ ਪਾ ਕਰਕੇ ਉਸ ਨੇ ਲਾਹੌਰ ਤੋਂ ਸੰਗਲਾ ਦੀਪ ਭਾਵ ਸ਼੍ਰੀ ਲੰਕਾ ਨੂੰ ਵਪਾਰ ਦੇ ਲਈ ਜਾਣਾ ਸੀ। ਸਤਿਗੁਰਾਂ ਦੇ ਚਰਨ ਪਰਸ ਕੇ ਆਗਿਆ ਲੈ ਕਰਕੇ ਉਹ ਤੁਰਿਆ ਸੀ। ਤੇ ਉਹ ਜਿਹੜੀ ਦਾਸੀ ਹੈ, ਜਦੋਂ ਸਤਿਗੁਰਾਂ ਦੇ ਚਰਨਾਂ ਨੂੰ ਸਪਰਸ਼ ਕੀਤਾ ਹੈ ਨਾ ਜੀਭ ਦੇ ਨਾਲ, ਉਸ ਨੂੰ ਐਸਾ ਕੌਤਕ ਨਜ਼ਰ ਆਇਆ ਹੈ ਕਿ ਸਮੁੰਦਰ ਠਾਠਾ ਮਾਰਦਾ ਹੈ ਤੇ ਉਸ ਸਮੁੰਦਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਬਿਰਾਜੇ ਨੇ। ਤੇ ਜਿਹੜਾ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਮਨ ਸੁਖ ਉਹ ਵਪਾਰੀ ਹੈ, ਸ਼ਾਹੂਕਾਰ ਹੈ। ਨਹੀਂ ਜਹਾਜ ਤੋਂ ਸਾਗਰ ਮਹਾ। ਤੇ ਉਹ ਆਪਣੇ ਜਹਾਜ਼ ਨੂੰ ਲੈ ਕਰਕੇ ਉਸ ਸਮੁੰਦਰ ਦੇ ਅੰਦਰ ਚੱਲਿਆ ਹੈ। ਲਾਗੋ ਬਿਗਨ ਹੋਣ ਕਛਲਾਗਾ। ਤੇ ਜਦੋਂ ਜਹਾਜ਼ ਸਮੁੰਦਰ ਦੇ ਵਿਚਕਾਰ ਗਿਆ ਹੈ ਸੰਗਤ ਜੀ, ਐਸਾ ਤੂਫਾਨ ਆਇਆ ਹੈ ਕਿ ਜਹਾਜ਼ ਪਲਟਣ ਦੇ ਉੱਪਰ ਆਇਆ ਹੈ। ਸਿਮਰਨ ਸ੍ਰੀ ਨਾਨਕ ਅਨੁਰਾਗਾ। ਤੇ ਉਸੇ ਸਮੇਂ ਹੀ ਉਸ ਮਨ ਸੁਖ ਸ਼ਾਹੂਕਾਰ ਨੇ ਦੋਨੋਂ ਹੱਥ ਜੋੜੇ ਨੇ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਹੇ ਪ੍ਰਭ ਦੀਨ ਬੰਦ ਗੁਰੂ ਪੂਰਨ। ਹੇ ਗਰੀਬਾਂ ਦੇ ਬੰਧੂ, ਹੇ ਗਰੀਬਾਂ ਦੇ ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਨਾਨਕ ਦੇਵ ਜੀ, ਆਪ ਜੀ ਕਿਰਪਾ ਕਰੋ। ਕਰੋ ਸਹਾਏ ਆਨ ਮਮ ਤੂਰਨ। ਛੇਤੀ ਦੇ ਨਾਲ ਆ ਕਰਕੇ ਮੇਰੀ ਸਹਾਇਤਾ ਕਰੋ ਜੀ। ਜਿਹ ਸੰਬੰਧੀ ਕੋਈ ਨਾ ਸਾਥਾ। ਮਹਾਰਾਜ ਇੱਥੇ ਮੇਰੇ ਨਾਲ ਕੋਈ ਮੇਰਾ ਰਿਸ਼ਤੇਦਾਰ ਸੰਬੰਧੀ ਨਹੀਂ ਹੈ। ਤੇ ਤੁਮ ਸਾਥ ਹੋਤ ਜਗਨਾਥਾ। ਤੇ ਆਪ ਤਾਂ ਜਗਤ ਦੇ ਮਾਲਕ ਹੋ, ਆਪ ਜੀ ਹਰ ਥਾਂ ਸਹਾਈ ਹੁੰਦੇ ਹੋ। ਤੀਰ ਸੰਗਲਾ ਦੀਪ ਬਚਾਵਨ। ਮਹਾਰਾਜ ਕਿਰਪਾ ਕਰੋ, ਜਿਹੜਾ ਮੇਰਾ ਸਮੁੰਦਰੀ ਬੇੜਾ ਹੈ, ਸਮੁੰਦਰੀ ਜਹਾਜ਼ ਹੈ, ਇਸ ਨੂੰ ਛੇਤੀ ਦੇ ਨਾਲ ਕਿਨਾਰੇ ਦੇ ਉੱਪਰ ਜਿਹੜਾ ਸੰਗਲਾ ਦੀਪ ਦੇਸ਼ ਹੈ ਉੱਥੇ ਪਹੁੰਚਾਉਣਾ ਕਰੋ। ਕਰੋ ਜਹਾਜ ਭਗਤ ਮਨ ਭਾਵਨ। ਮਹਾਰਾਜ ਆਪ ਜੀ ਭਗਤਾਂ ਦੇ ਮਨਾਂ ਦੀਆਂ ਜਾਣਨ ਵਾਲੇ ਹੋ, ਮੇਰੇ ਇਸ ਸਮੁੰਦਰੀ ਬੇੜੇ ਨੂੰ ਪਾਰ ਕਰੋ ਜੀ। ਨਿਜ ਆਰਾਧਨਾ ਲਖ ਕਰ ਸੁਆਮੀ। ਇਸ ਪ੍ਰਕਾਰ ਸਤਿਗੁਰਾਂ ਦੀ ਆਰਾਧਨਾ ਕਰਨ ਲੱਗਾ ਹੈ, ਨਾਮ ਜਪਣ ਲੱਗਾ ਹੈ, ਸਤਿਗੁਰਾਂ ਨੂੰ ਮਾਲਕ ਜਾਣ ਕੇ ਗਏ ਸਿੰਧ ਮਹਿ ਅੰਤਰ ਜਾਮੀ। ਤੇ ਉਸੇ ਵਕਤ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਅਰਦਾਸ ਬੇਨਤੀਆਂ ਪ੍ਰਵਾਨ ਕੀਤੀਆਂ ਨੇ। ਮਹਾਰਾਜ ਸਰੀਰ ਕਰਕੇ ਸੁੱਤੇ ਆਪਣੇ ਘਰੇ ਨੇ, ਰਾਏ ਭੋਏ ਦੀ ਤਲਵੰਡੀ ਨੇ, ਪਰ ਆਪਣਾ ਸੂਖਮ ਸਰੀਰ ਲੈ ਕਰਕੇ, ਅਸਥੂਲ ਸਰੀਰ ਲੈ ਕਰਕੇ ਸਮੁੰਦਰ ਵਿੱਚ ਬਿਰਾਜੇ ਨੇ। ਤੇ ਜਹਾਜ ਕੋ ਤੱਕ ਪਹੁੰਚਾਵਾ। ਮਹਾਰਾਜ ਜੀਆਂ ਨੇ ਐਸੀ ਕਿਰਪਾ ਕੀਤੀ, ਆਪਣੇ ਹੱਥਾਂ ਦੇ ਨਾਲ ਉਸ ਜਹਾਜ਼ ਨੂੰ ਕਿਨਾਰੇ ਪਹੁੰਚਾਇਆ ਹੈ। ਮਨ ਸੁਖ ਦੇਖ ਹਿਰਦੇ ਸੁਖ ਪਾਵਾ। ਤੇ ਮਨ ਸੁਖ ਐਸੇ ਕੌਤਕ ਨੂੰ ਵੇਖ ਕਰਕੇ ਜਿੱਥੇ ਕੋਈ ਵੀ ਚਾਰਾ ਨਹੀਂ ਚੱਲਦਾ ਸੀ, ਸਤਿਗੁਰਾਂ ਅੱਗੇ ਅਰਦਾਸ ਕੀਤੀ ਹੈ। ਜਿਵੇਂ ਕਿਤੇ 9ਵੀਂ ਪਾਤਸ਼ਾਹੀ ਦੇ ਕੋਲ ਮੱਖਣ ਸ਼ਾਹ ਲਵਾਣੀ ਨੇ ਅਰਦਾਸ ਕੀਤੀ ਸੀ
ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸ ਸਮੇਂ ਬਾਬਾ ਬਕਾਲਾ ਭੋਰਾ ਸਾਹਿਬ ਵਿੱਚ ਵਿਰਾਜੇ ਹੋਏ ਸਨ। ਸਰੀਰ ਕਰਕੇ ਭੋਰੇ ਵਿੱਚ ਬੈਠੇ ਸਨ ਤੇ ਆਪਣੀ ਆਤਮਾ ਕਰਕੇ, ਆਪਣੇ ਸੂਸਮ ਸਰੀਰ ਕਰਕੇ ਮਹਾਰਾਜ ਬੇੜਾ ਪਾਰ ਕਰ ਰਹੇ ਸਨ, ਮੱਖਣ ਸ਼ਾਹ ਲਵਾਣੇ ਦੀਆਂ ਬੇਨਤੀਆਂ ਸੁਣ ਕਰਕੇ। ਐਵੇਂ ਹੀ ਸਤਿਗੁਰਾਂ ਨੇ ਪਹਿਲੇ ਜਾਮੇ ਦੇ ਵਿੱਚ ਮਨ ਸੁਖ ਦਾ ਜਿਹੜਾ ਬੇੜਾ ਉਹ ਪਾਰ ਕੀਤਾ ਹੈ। ਦਾਸੀ ਸਭ ਬਿਲੋਕ ਬ੍ਰਿਤਾਂਤਾ, ਤੇ ਸਤਿਗੁਰਾਂ ਦੇ ਚਰਨਾਂ ਨੂੰ ਸਪਰਸ਼ ਕਰ ਰਹੀ ਉਹ ਦਾਸੀ ਸਾਰਾ ਹੀ ਇਹ ਵਰਤਾਂਤ ਵੇਖ ਰਹੀ ਹੈ। ਕਈ ਕਬਹੇ ਜਹ ਥੀ ਗੁਰਮਾਤਾ, ਤੇ ਛੇਤੀ ਦੇ ਨਾਲ ਉੱਠ ਕਰਕੇ ਦੌੜੀ ਹੈ ਤੇ ਜਿੱਥੇ ਮਾਤਾ ਤ੍ਰਿਪਤਾ ਜੀ ਵਧੀਆ ਭੋਜਨ ਬਣਾ ਰਹੇ ਸਨ ਉੱਥੇ ਗਈ ਹੈ। ਕਹਿਓ ਜਾਏ ਮੈਂ ਕੀਏ ਨਾ ਜਗਾਵਨ, ਤੇ ਜਾ ਕਰਕੇ ਕਿਹਾ ਹੈ ਮਾਤਾ ਜੀ ਮੈਂ ਆਪ ਜੀਆਂ ਦੇ ਪੁੱਤਰ ਨੂੰ ਜਗਾਇਆ ਨਹੀਂ। ਸੋ ਤੋ ਕਰਹੇ ਜਹਾਜ਼ ਲੰਘਾਵਨ, ਉਹ ਤਾਂ ਸਮੁੰਦਰਾਂ ਦੇ ਅੰਦਰ ਜਹਾਜ਼ ਨੂੰ ਪਾਰ ਕਰਵਾ ਰਹੇ ਸਨ। ਜਬ ਨਿਜ ਸਿੱਖ ਕੋ ਕਰ ਹੈ ਕਾਜਾ, ਜਦੋਂ ਆਪਣੇ ਸਿੱਖ ਦਾ ਕਾਰਜ ਪੂਰਾ ਕਰ ਲੈਣਗੇ ਗਏ ਸਮੁੰਦਰ ਲੰਘਾਈ ਜਹਾਜ਼ਾ, ਤੇ ਸਮੁੰਦਰ ਦੇ ਵਿੱਚੋਂ ਜਹਾਜ਼ ਨੂੰ ਪਾਰ ਲੰਘਾ ਦੇਣਗੇ। ਤਬ ਮੈਂ ਆਨੋ ਤਨਹਿ ਜਗਾਈ, ਫਿਰ ਮੈਂ ਜਾ ਕੇ ਮਾਤਾ ਜੀ ਉਹਨਾਂ ਨੂੰ ਜਗਾ ਦੇਵਾਂਗੀ। ਕਹੋ ਸਾਚ ਬਚ ਪੂਰ ਨਾਰਾਈ, ਮਾਤਾ ਜੀ ਮੈਂ ਬਿਲਕੁਲ ਸੱਚ ਬੋਲ ਰਹੀ ਹਾਂ, ਇਸ ਵਿੱਚ ਰਤੀ ਭਰ ਵੀ ਝੂਠ ਨਹੀਂ, ਰਾਈ ਦੇ ਦਾਣੇ ਜਿੰਨਾ ਵੀ ਝੂਠ ਨਹੀਂ ਹੈ। ਸੁਨ ਤ੍ਰਿਪਤਾ ਰਸ ਕਛ ਕਹਿ ਬੈਨਾ, ਤੇ ਦੂਜੇ ਪਾਸੇ ਮਾਤਾ ਤ੍ਰਿਪਤਾ ਜੀ ਜਿਸ ਉੱਪਰ ਗੁਰੂ ਨਾਨਕ ਦੇਵ ਜੀਆਂ ਨੇ ਮੋਹ ਦੀ ਕਨਾਕ ਤਾਣੀ ਹੋਈ ਹੈ, ਮੋਹ ਦਾ ਜਾਲ ਪਾਇਆ ਹੋਇਆ ਹੈ, ਉਹਨਾਂ ਨੂੰ ਇਹਨਾਂ ਸ਼ਰਧਾ ਭਾਵਨਾ ਵਾਲੀਆਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੂੰ ਆਪਣਾ ਪੁੱਤਰ ਹੀ ਦਿਸ ਰਿਹਾ ਹੈ, ਪਰਮੇਸ਼ਰ ਨਜ਼ਰ ਨਹੀਂ ਆਉਂਦਾ। ਜਦੋਂ ਇਸ ਪ੍ਰਕਾਰ ਦਾਸੀ ਦੇ ਵਚਨ ਸੁਣੇ ਨੇ ਤੇ ਮਾਤਾ ਤ੍ਰਿਪਤਾ ਜੀ ਗੁੱਸੇ ਵਿੱਚ ਬੋਲੇ ਨੇ। ਗਈ ਆਪ ਜਿਹ ਕਿਤ ਸੁਤ ਐਸਨ, ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਰਾਜੇ ਹੋਏ ਸਨ, ਸੁੱਤੇ ਹੋਏ ਸਨ, ਮਾਤਾ ਜੀ ਆਪ ਗਏ ਨੇ। ਜਗਾਏ ਅਚਾਏ ਅਹਾਰਾ, ਤੇ ਜਾ ਕਰਕੇ ਆਪਣੇ ਪੁੱਤਰ ਨੂੰ ਬਾਹੋਂ ਫੜ ਕੇ ਉਠਾਇਆ ਹੈ, ਜਗਾਇਆ ਹੈ ਆਵਾਜ਼ ਮਾਰ ਕੇ, ਤੇ ਉਹਨਾਂ ਨੂੰ ਕੋਲ ਸੱਦ ਕਰਕੇ ਭੋਜਨ ਛਕਾਇਆ ਹੈ। ਪਾਛੇ ਤੇ ਮੁਖ ਬਚਨ ਉਚਾਰਾ, ਜਦੋਂ ਮਾਤਾ ਤ੍ਰਿਪਤਾ ਜੀ ਕੋਲ ਬੈਠ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭੋਜਨ ਛਕ ਰਹੇ ਸਨ, ਮਾਤਾ ਜੀਆਂ ਨੇ ਇਸ ਪ੍ਰਕਾਰ ਕਿਹਾ ਹੈ। ਸੁਨੋ ਪੁੱਤਰ ਲਖ ਦਿਸ਼ਾ ਤੁਮਾਰੀ, ਇਹ ਪੁੱਤਰ ਜੀ ਜੋ ਆਪ ਜੀਆਂ ਨੇ ਆਪਣੀ ਹਾਲਤ ਬਣਾਈ ਹੈ ਨਾ, ਆ ਸਾਧੂਆਂ ਵਾਲਾ ਫਕੀਰਾਂ ਵਾਲਾ ਬਾਣਾ ਚੋਲਾ ਪਾਇਆ ਹੈ ਤੇ ਸਾਰੀ ਦਿਹਾੜੀ ਚੁੱਪ ਨੂੰ ਧਾਰਨ ਕਰਕੇ ਜੰਗਲਾਂ ਵਿੱਚ ਵਿਰਾਜੇ ਰਹਿੰਦੇ ਹੋ। ਆਪ ਜੀਆਂ ਦੀ ਐਸੀ ਦਿਸ਼ਾ ਵੇਖ ਕਰਕੇ ਦਾਸੀ ਵੀ ਮੁਝ ਹਸੀ ਉਚਾਰੀ, ਹੁਣ ਤਾਂ ਜਿਹੜੇ ਘਰ ਦੇ ਨੌਕਰ ਹਨ ਉਹ ਵੀ ਮੈਨੂੰ ਇਸ ਪ੍ਰਕਾਰ ਮਜ਼ਾਕ ਕਰਨ ਲੱਗੇ ਨੇ, ਹਸਾਉਣ ਲੱਗੇ ਨੇ। ਕਹੇ ਕੇ ਕਰਹੇ ਜਹਾਜ਼ ਲੰਘਾਵਨ, ਜੋ ਆਪਣੇ ਘਰ ਦੀ ਨੌਕਰ ਹੈ ਇਹ ਦਾਸੀ, ਮੈਂ ਇਸ ਨੂੰ ਆਪ ਜੀਆਂ ਨੂੰ ਉਠਾਉਣ ਲਈ ਘੱਲਿਆ ਸੀ। ਪਤਾ ਨਹੀਂ ਕੀ ਵੇਖ ਕੇ ਆਈ ਹੈ, ਰਸੋਈ ਵਿੱਚ ਆ ਕੇ ਮੈਨੂੰ ਕਹਿਣ ਲੱਗੀ ਆਪ ਜੀਆਂ ਦਾ ਪੁੱਤਰ ਤਾਂ ਜਹਾਜ਼ ਪਾਰ ਲੰਘਾ ਰਿਹਾ ਹੈ, ਸਮੁੰਦਰ ਦੇ ਵਿੱਚ ਵਿਰਾਜਿਆ ਹੈ, ਇਸ ਲਈ ਮੈਂ ਉਹਨਾਂ ਨੂੰ ਉਠਾਇਆ ਨਹੀਂ। ਪੁੱਤਰ ਜੀ ਆਪ ਜੀਆਂ ਦੀ ਐਸੀ ਹਾਲਤ ਵੇਖ ਕਰਕੇ ਇਹਨਾਂ ਨੂੰ ਮਜ਼ਾਕ ਆਉਣ ਲੱਗਾ ਹੈ। ਨਹੀਂ ਜਾਪੇ ਮੈਂ ਕਰਿਓ ਜਗਾਵਨ, ਤੇ ਇਸ ਲਈ ਇਹ ਦਾਸੀ ਕਹਿੰਦੀ ਮੈਂ ਜਾ ਕਰਕੇ ਉਹਨਾਂ ਨੂੰ ਜਗਾਇਆ ਨਹੀਂ। ਮਾਤ ਬਚਨ ਸੁਣ ਕਰ ਜਗ ਸੁਆਮੀ, ਆਪਣੀ ਮਾਤਾ ਦੇ ਵਚਨ ਸੁਣ ਕਰਕੇ ਜਦੋਂ ਸਤਿਗੁਰਾਂ ਨੂੰ ਪਤਾ ਲੱਗਾ ਹੈ ਕਿ ਇਸ ਨੌਕਰ ਨੇ, ਇਸ ਦਾਸੀ ਨੇ ਸਾਰਾ ਵਰਤਾਂਤ ਵੇਖਿਆ ਹੈ ਤੇ ਮਹਾਰਾਜ ਜੀ ਇਸ ਪ੍ਰਕਾਰ ਜਗਤ ਸੁਆਮੀ ਬੋਲੇ ਹਨ। ਬੋਲੇ ਉਕਤੇ ਅੰਤਰ ਜਾਮੀ, ਮਨਾਂ ਦੀਆਂ ਜਾਣਨ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਮਾਤਾ ਦੀ ਗੱਲ ਦਾ ਜਵਾਬ ਦਿੱਤਾ ਹੈ। ਕਮਲੀ ਝਮਲੀ ਕੇ ਬਚ ਐਸੇ, ਇਹ ਮਾਤਾ ਜੀ ਜੋ ਆਪਣੇ ਘਰ ਦੇ ਨੌਕਰ ਇਹ ਦਾਸੀ ਹੈ, ਇਹ ਤਾਂ ਕਮਲੀ ਹੈ, ਇਹ ਤਾਂ ਝਮਲੀ ਭਾਵ ਝੱਲੀ ਹੈ। ਕਿਸਕੇ ਕਹੇ ਨਾ ਮਨ ਹੋ ਕੈਸੇ, ਤੁਸੀਂ ਕਿੱਥੇ ਇਹਨਾਂ ਦੇ ਵਚਨਾਂ ਉੱਪਰ ਯਕੀਨ ਕਰ ਬੈਠੇ ਹੋ, ਇਹ ਸੱਚ ਨਹੀਂ ਬੋਲਦੀ। ਆਸ ਕਹਿ ਕਰ ਗਮਨੇ ਉਦਿਆਨਾ, ਇਹ ਕਹਿ ਕਰਕੇ
ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਭੋਜਨ ਛਕਿਆ ਹੈ। ਇਕਾਂਤ ਜਗ੍ਹਾ ਦੇ ਵਿੱਚ ਜਾ ਕਰਕੇ ਜੰਗਲਾਂ ਵਿੱਚ ਬਰਾਜੇ ਨੇ। ਵੈਸੇ ਜਾਏ ਇਕਾਂਤ ਸੁਖਾਨਾ, ਐਨ ਸ਼ਾਂਤੀ ਵਾਲੀ ਸੁਨਸਾਨ ਜਗ੍ਹਾ ਦੇ ਉੱਪਰ ਮਹਾਰਾਜ ਪਰਮੇਸ਼ਰ ਦੀ ਬੰਦਗੀ ਵਿੱਚ ਜਾ ਜੁੜੇ ਹਨ। ਸੋ ਦਾਸੀ ਬਾਚ ਕਹਿੰਦੇ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਸੁਰਤੇ ਸਦ ਹੀ ਸੁਭਾਏ ਕਿ ਜੋ ਬਚਨ ਉਸ ਦਾਸੀ ਨੂੰ ਕੀਤੇ ਸਨ। ਮੇਰੀ ਕਮਲੀ ਸੁਧ ਗਈ ਵਿਸਰ ਤੇ ਕੇ, ਸਤਿਗੁਰਾਂ ਦੇ ਸੁਭਾਏ ਕਿ ਕੀਤੇ ਹੋਏ ਬਚਨਾਂ ਦੇ ਨਾਲ ਉਹ ਆਪਣੀ ਸਾਰੀ ਸੁਧ ਭੁੱਲ ਚੁੱਕੀ ਹੈ। ਸਤਿਗੁਰਾਂ ਨੇ ਸੁਭਾਏ ਕਿ ਕਿਹਾ ਸੀ ਕਿ ਇਹ ਕਮਲੀ ਝਮੜੀ ਹੈ, ਇਹ ਤਾਂ ਝੱਲੀ ਹੈ ਮਾਤਾ ਜੀ। ਤੇ ਉਦੋਂ ਤੋਂ ਉਸੇ ਵਕਤ ਤੋਂ ਉਹ ਉਸੇ ਵਕਤ ਹੀ ਆਪਣੀ ਸਰੀਰ ਦੀ ਸੁਧ ਗਵਾ ਚੁੱਕੀ ਹੈ। ਕਮਲੀ ਝਮੜੀ ਹੋ ਚੁੱਕੀ ਹੈ, ਝੱਲੀ ਬਣ ਚੁੱਕੀ ਹੈ। ਜੀਵਤ ਰਹੀ ਜਾਗਤ ਮਹਿ ਜਾਵਦ। ਜਦੋਂ ਤੱਕ ਕਵੀ ਜੀ ਕਹਿੰਦੇ, ਭਾਈ ਬਾਲਾ ਜੀ ਕਹਿੰਦੇ, ਉਹ ਜਿਹੜੀ ਦਾਸੀ ਸੀ ਸੰਸਾਰ ਵਿੱਚ ਜਿਉਂਦੀ ਰਹੀ ਹੈ। ਮੈਂ ਆਈ ਸੁਧ ਤਹਿ ਕੋ ਤਾਵਦ। ਉਦੋਂ ਤੱਕ ਉਸ ਨੂੰ ਆਪਣੇ ਸਰੀਰ ਦੀ ਸੁਧ ਨਹੀਂ ਆਈ। ਜੇਕਰ ਹੱਸਣ ਲੱਗ ਜਾਂਦੀ ਹੈ ਤੇ ਹੱਸੀ ਜਾਂਦੀ ਹੈ, ਜੇਕਰ ਚੁੱਪ ਨੂੰ ਧਾਰਨ ਕਰ ਲੈਂਦੀ ਹੈ ਤੇ ਚੁੱਪ ਹੀ ਬੈਠੀ ਰਹਿੰਦੀ ਹੈ। ਕੋਈ ਕੰਮ ਕਰਨ ਲੱਗ ਜਾਂਦੀ ਹੈ, ਸਾਰਾ ਦਿਨ ਉਹ ਕੰਮ ਨਹੀਂ ਨਿਬੇੜਦੀ। ਭਾਵ ਮਸਤਾਨੀ ਹੋ ਚੁੱਕੀ ਹੈ, ਸੁਧ ਬੁੱਧ ਭੁੱਲ ਚੁੱਕੀ ਹੈ। ਐਸੀ ਉਸ ਦੀ ਅਵਸਥਾ ਬਣ ਚੁੱਕੀ ਹੈ ਸਤਿਗੁਰਾਂ ਦੇ ਬਚਨਾਂ ਦੇ ਨਾਲ ਕਿ ਜਿਵੇਂ ਗੂੰਗੇ ਨੂੰ ਮਠਿਆਈ ਕੋਈ ਮਿੱਠਾ ਛਕਾ ਦਈਏ, ਜਿਵੇਂ ਗੂੰਗਾ ਬੋਲ ਕੇ ਨਹੀਂ ਦੱਸ ਸਕਦਾ ਤੇ ਮਿੱਠੇ ਦਾ ਸਵਾਦ ਲੈ ਸਕਦਾ ਹੈ, ਇਦਾਂ ਸਤਿਗੁਰਾਂ ਦੇ ਕੀਤੇ ਹੋਏ ਬਚਨਾਂ ਦੇ ਨਾਲ ਸਾਰੇ ਉਹਦੇ ਜਨਮ ਮਰਨ ਦੇ ਦੁੱਖ ਦਲਿੱਦਰ ਕੱਟੇ ਗਏ ਨੇ ਸੰਗਤ ਜੀ। ਹੁਣ ਜ਼ਿੰਦਗੀ ਵਿੱਚ ਸਿਰਫ ਆਨੰਦ ਹੀ ਆਨੰਦ ਹੈ। ਸੰਸਾਰ ਦੀਆਂ ਖਬਰਾਂ ਭੁੱਲ ਚੁੱਕੀ ਹੈ, ਨਿਰੰਕਾਰ ਦੇ ਨਾਲ ਜੁੜੀ ਹੈ। ਜਬ ਹੀ ਤਿਆਗਿਓ ਭੂਤਕ ਦੇਹਾ। ਤੇ ਭਾਈ ਬਾਲਾ ਜੀ ਕਹਿੰਦੇ ਜਦੋਂ ਉਹਦੇ ਸਵਾਸ ਪੂਰੇ ਹੋਏ, ਪੰਜ ਭੂਤਕ ਸਰੀਰ ਆਪਣਾ ਇਸ ਫਾਨੀ ਸੰਸਾਰ ਤੋਂ ਤਿਆਗ ਕੇ ਗਈ ਹੈ। ਭਾਈ ਮੁਕਤ ਗਵਨੀ ਹਰ ਗ੍ਰੇਹਾ। ਸਤਿਗੁਰਾਂ ਦੇ ਕੀਤੇ ਬਚਨਾਂ ਅਨੁਸਾਰ ਉਸ ਨੂੰ ਮੁਕਤੀ ਪ੍ਰਾਪਤ ਹੋਈ ਹੈ। ਗਵਨੀ ਹਰ ਗ੍ਰੇਹਾ ਤੇ ਚਲੀ ਗਈ ਹੈ ਹਰੀ ਪਰਮੇਸ਼ਰ ਦੇ ਘਰ, ਭਾਵ ਸੱਚਖੰਡ ਦੀ ਵਾਸੀ ਬਣੀ ਹੈ। ਸਤਿਗੁਰਾਂ ਦੇ ਸੁਤੇ ਸਦੇ ਹੀ ਕੀਤੇ ਬਚਨਾਂ ਨੇ ਐਸਾ ਅਸਰ ਕੀਤਾ ਹੈ। ਉਹ ਜਿਹੜੀ ਦਾਸੀ ਸੀ, ਘਰ ਦੀ ਨੌਕਰ ਸੀ, ਜਿਸ ਨੇ ਸਾਰਾ ਵਰਤਾਂਤ ਵੇਖਿਆ ਸੀ, ਸਤਿਗੁਰਾਂ ਦੇ ਬਚਨਾਂ ਦੇ ਨਾਲ ਉਹਦੇ ਜਨਮ ਮਰਨ ਦੇ ਜਿਹੜੇ ਗੇੜੇ ਉਹ ਕੱਟੇ ਗਏ ਨੇ। ਜਦੋਂ ਆਪਣੇ ਪੰਜ ਭੂਤਕ ਸਰੀਰ ਨੂੰ ਛੱਡ ਕੇ ਸੰਸਾਰ ਤੋਂ ਗਈ, ਅਕਾਲ ਚਲਾਣਾ ਕੀਤਾ ਤੇ ਸੱਚਖੰਡ ਦੀ ਵਾਸੀ ਬਣੀ। ਐਸੀ ਸਤਿਗੁਰਾਂ ਦੀ ਕਿਰਪਾ ਹੈ, ਐਸੀ ਸਤਿਗੁਰਾਂ ਦੇ ਅੰਦਰ ਸ਼ਕਤੀ ਦਾ ਜਿਹੜਾ ਵਰਤਾਰਾ ਵਰਤਦਾ ਹੈ। ਐਸੀਆਂ ਕਰਾਮਾਤਾਂ ਦੇ ਮਾਲਕ ਨੇ ਗੁਰੂ ਨਾਨਕ ਦੇਵ ਜੀ, ਜੋ ਅਣਹੋਣੀਆਂ ਗੱਲਾਂ ਨੂੰ ਵੀ ਹੋਣੀਆਂ ਕਰ ਸਕਦੇ ਨੇ, ਜੋ ਸੰਸਾਰ ਵਿੱਚ ਸੋਚਿਆ ਵੀ ਨਹੀਂ ਉਹ ਵੀ ਭਾਣੇ ਵਰਤ ਸਕਦੇ ਨੇ। ਐਸੇ ਨੇ ਜਗਤ ਸੁਆਮੀ ਗੁਰੂ ਨਾਨਕ ਦੇਵ ਜੀ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ ਸੰਗਤ ਜੀ। ਆਉਣ ਵਾਲਾ ਗੁਰ ਇਤਿਹਾਸ ਕੱਲ ਦੀਆਂ ਕਥਾ ਵਿਚਾਰਾਂ ਵਿੱਚ ਸ਼੍ਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਬਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੀਆਂ ਜਾਂ ਸ਼ਬਦੋ ਤਾਂ ਗਾਵ ਹਰੀ ਗੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਆ ਮਨ ਹੋ ਵਿਸਾਰੀ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਭੇ ਸਾਹਿਬਾ। ਗਿਆਨਾ ਹੀ ਕਰਤੇ ਰਹਿ, ਕਰਤਾ ਤੇਰਾ ਸਭ ਕਿਛ ਹੈ। ਜਿਸ ਦੇ ਹੀ ਸੋ ਪਾਵਈ, ਸਦਾ ਸਿਫਤ ਸਲਾਹ ਸਲਾਹ ਤੇਰੀ ਨਾਮ ਮਨ ਵਸਾਵਈ। ਨਾਮ ਜਿਨ ਕੈ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਾਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਦਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ
ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਮਿਟਹੁ ਜਿਸ ਦੀਆਂ ਇਹ ਵਡਿਆਈਆਂ ਕਾਹੈ ਨਾਨਕ ਸੁਨਹੁ ਸੰਤ ਹੋ ਸ਼ਬਦ ਤਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਧ ਵਸ ਵਸ ਕੀਤੇ ਕਾਲ ਕੰਟਕ ਮਾਰਿਆ ਗੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ ਕਾਹੈ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੀ ਆਨੰਦ ਸਮਹ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਤਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਮੇੜ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।